ਨਾਨਕ ਸਿੰਘ ਦਾ ਨਾਵਲ ਆਸਤਕ ਨਾਸਤਕ ਦੇ 10ਵੇਂ ਅੰਗ ਦਾ ਬਾਕੀ ਦਾ ਹਿੱਸਾ। ਸੰਤਾਂ ਦੀ ਆਮਦ ਤੋਂ ਬਾਅਦ ਸਵਰਨ ਸਿੰਘ ਨੇ ਕਈ ਵਾਰ ਮੁਨਸ਼ੀ ਰਾਜ ਸਿੰਘ ਨੂੰ ਸੰਤਾਂ ਪਾਸ ਚੱਲਣ ਲਈ ਕਿਹਾ, ਜਿਹਦੇ ਜਵਾਬ 'ਚ ਮੁਨਸ਼ੀ ਰਾਜ ਸਿੰਘ ਅਕਸਰ ਆਲੇ ਟੋਲੇ ਘਰ ਛੱਡਦਾ। ਪਰ ਇੰਨੇ ਉੱਤੇ ਵੀ ਦੋਵਾਂ ਘਰਾਂ ਦੀ ਸਾਂਝ ਵਰਤੋਂ 'ਚ ਕੋਈ ਖਾਸ ਫਰਕ ਨਾ ਪਿਆ। ਇਹਦਾ ਸ਼ਾਇਦ ਇਹ ਕਾਰਨ ਵੀ ਸੀ ਕਿ ਰਾਜ ਸਿੰਘ ਦੀ ਪਤਨੀ ਬੜੀ ਸ਼ਰਧਾ ਭਾਵ ਨਾਲ ਰੋਜ਼ ਵੱਡੀ ਬੀਬੀ ਨਾਲ ਰਲ ਕੇ ਸੰਤਾਂ ਦੇ ਸਤਸੰਗ ਤੋਂ ਲਾਭ ਉਠਾਉਂਦੀ ਚਲੀ ਆ ਰਹੀ ਸੀ। ਤੇ ਫਿਰ ਜਦ ਸਵਰਨ ਸਿੰਘ ਨੇ ਸੰਤਾਂ ਦੀ ਜ਼ਾਹਿਰ ਕਰਾਮਾਤ ਵੇਖੀ, ਜਦ ਉਹਨਾਂ ਦੇ ਵਰਦਾਨ ਦਾ ਸਦਕਾ ਉਹਦੇ ਘਰ ਪੁੱਤਰ ਹੋ ਗਿਆ, ਤਾਂ ਉਹਦਾ ਪੂਰਾ ਵਿਸ਼ਵਾਸ ਸੀ ਕਿ ਮਹਾਤਮਾ ਦੀ ਏਡੀ ਮਹਾਨ ਕਰਨੀ ਦੀ ਚਰਚਾ ਸੁਣ ਕੇ ਮੁਨਸ਼ੀ ਰਾਜ ਸਿੰਘ ਦੇ ਅੰਦਰ ਜ਼ਰੂਰ ਕੁਛ ਨਾ ਕੁਛ ਤਬਦੀਲੀ ਪੈਦਾ ਹੋ ਗਈ ਹੋਏਗੀ। ਪਰ ਉਸ ਵੇਖਿਆ ਨਾ ਤਾਂ ਉਹਦੇ ਕਹਿਣ ਤੇ ਨਾ ਹੀ ਗੁਰਨਾਮ ਕੌਰ ਦੇ ਦਿਨ ਰਾਤੀ ਸਮਝਾਉਣ ਤੇ ਮੁਨਸ਼ੀ ਦੇ ਦਿਲ ਤੇ ਕੋਈ ਅਸਰ ਹੋਇਆ। ਉਹ ਪੱਥਰ ਵਾਂਗਣ ਭਿੱਜਦਾ ਅਣਭਿੱਜ ਹੀ ਰਿਹਾ। ਫਿਰ ਵੀ ਸਵਰਨ ਸਿੰਘ ਨੇ ਉਹਦਾ ਖਹਿੜਾ ਨਾ ਛੱਡਿਆ। ਉਹਦਾ ਖਿਆਲ ਸੀ ਜ਼ਰੂਰ ਇੱਕ ਨਾ ਇੱਕ ਦਿਨ ਰਾਜ ਸਿੰਘ ਨੂੰ ਆਪਣਾ ਹੱਥ ਛੱਡਣਾ ਪਏਗਾ। ਕੋਈ ਅਚੰਭਾ ਨਹੀਂ ਸੀ ਜੇ ਰਾਜ ਸਿੰਘ ਦੇ ਇਸ ਨਾਸਤਕਤਾ ਰਵੱਈਏ ਨੂੰ ਵੇਖ ਕੇ ਸਵਰਨ ਸਿੰਘ ਉਸ ਨਾਲੋਂ ਕਈ ਸਬੰਧ ਤੋੜ ਲੈਂਦਾ। ਪਰ ਵਿਚਾਰੀ ਗੁਰਨਾਮ ਕੌਰ ਦੀ ਹਾਲਤ ਤੇ ਉਹਨੂੰ ਬੜਾ ਤਰਸ ਆਉਂਦਾ, ਜਿਹੜੀ ਹਰ ਵੇਲੇ ਉਸ ਪਾਸ ਤੇ ਵੱਡੀ ਬੀਬੀ ਪਾਸ ਬੇਨਤੀਆਂ ਕਰਦੀ ਰਹਿੰਦੀ ਕਿ ਜਿਸ ਤਰ੍ਹਾਂ ਹੋ ਸਕੇ ਉਹਦੇ ਆਦਮੀ ਨੂੰ ਸੁਮਾਰਗ ਤੇ ਪਾਇਆ ਜਾਏ, ਜਿਹੜਾ ਦਿਨੋਂ ਦਿਨ ਕੁਰਾਹੇ ਪੈਂਦਾ ਚਲਾ ਜਾ ਰਿਹਾ ਸੀ। ਜਦੋਂ ਸਵਰਨ ਸਿੰਘ ਨੇ ਸੰਤਾਂ ਨੂੰ ਆਪਣੇ ਘਰ ਸੱਦ ਕੇ ਕਾਕੇ ਦੇ ਨਾਮਕਰਨ ਸੰਸਕਾਰ ਲਈ ਰਜ਼ਾਮੰਦ ਕਰ ਲਿਆ, ਤਾਂ ਉਹਨੇ ਮੁਨਸ਼ੀ ਰਾਜ ਸਿੰਘ ਨੂੰ ਵੀ ਪਰਿਵਾਰ ਸਮੇਤ ਉਚੇਚੇ ਤੌਰ 'ਤੇ ਸਮਾਗਮ 'ਤੇ ਸੱਦ ਘੱਲਿਆ, ਅਤੇ ਉਹ ਕੋਈ ਬਹਾਨਾ ਕਰਕੇ ਟਾਲ ਦੇਵੇ। ਇਸ ਖਿਆਲੋਂ ਉਹਨੇ ਖਾਸ ਤੌਰ 'ਤੇ ਇਸ ਕੰਮ ਲਈ ਐਤਵਾਰ ਦਾ ਦਿਨ ਨਿਯਤ ਕੀਤਾ ਸੀ, ਜਦ ਵੱਡੀ ਬੀਬੀ ਚੱਲੀਹਾ ਨਹਾ ਚੁੱਕੀ ਹੋਏਗੀ, ਉਧਰ ਰਾਜ ਸਿੰਘ ਨੂੰ ਵੀ ਛੁੱਟੀ ਹੋਏਗੀ। ਇਸ ਦਿਨ ਲਈ ਸਵਰਨ ਸਿੰਘ ਨੇ ਵਿਸ਼ੇਸ਼ ਤੌਰ 'ਤੇ ਤਿਆਰੀ ਕੀਤੀ ਸੀ। ਸ਼ਹਿਰ ਦੇ ਕਈ ਪਤਵੰਤੇ ਲੋਕਾਂ ਨੂੰ ਉਹਨੇ ਸੱਦਾ ਭੇਜਿਆ। ਮੁਨਸ਼ੀ ਰਾਜ ਸਿੰਘ ਦੇ ਘਰ ਤਾਂ ਉਹ ਆਪ ਚੱਲ ਕੇ ਗਿਆ ਤੇ ਉਸ ਪਾਸੋਂ ਆਉਣ ਦਾ ਇਕਰਾਰ ਲੈ ਕੇ ਹੀ ਮੁੜਿਆ। ਵੱਡੀ ਬੀਬੀ ਦੇ ਚੱਲੀਹਾ ਨਹਾ ਚੁੱਕਣ ਤੋਂ ਬਾਅਦ ਐਤਵਾਰ ਵਾਲੇ ਦਿਨ ਬੜੀ ਧੂਮ-ਧਾਮ ਤੇ ਵਾਜਿਆਂ ਗਾਜਿਆਂ ਨਾਲ ਸੰਤਾਂ ਨੂੰ ਕੋਠੀ ਲਿਆਂਦਾ ਗਿਆ। ਵੱਡੀ ਬੀਬੀ ਤੇ ਸਵਰਨ ਸਿੰਘ ਦੀ ਖੁਸ਼ੀਆਂ ਦਾ ਅੱਜ ਕੋਈ ਪਾਰਾਵਾਰ ਨਹੀਂ ਸੀ। ਆਪੋ ਆਪਣੇ ਭਾਗਾਂ ਦੇ ਬੰਦ ਕਵਾੜ ਖੁੱਲ੍ਹ ਪੈਣ ਤੇ ਦੋਵੇਂ ਖੁਸ਼ੀ 'ਚ ਫੁੱਲੇ ਨਹੀਂ ਸੀ ਸਮਾਉਂਦੇ। ਮਾਨੋ 1955 ਦਾ ਸਾਲ ਉਹਨਾਂ ਲਈ ਰੱਬੀ ਦਾਤ ਦਾ ਸਾਰਾ ਸਮੁੱਚਾ ਭੰਡਾਰਾ ਲੈ ਕੇ ਚੜ੍ਹਿਆ ਸੀ। ਜਨਵਰੀ ਦਾ ਮਹੀਨਾ ਹੋਣ ਕਰਕੇ ਠੰਡ ਕੜਾਕੇ ਦੀ ਪੈ ਰਹੀ ਸੀ, ਕੁਝ ਬੱਦਲਵਾਈ ਦਾ ਰੰਗ ਵੀ। ਫਿਰ ਵੀ ਸਵਰਨ ਸਿੰਘ ਦੀ ਕੋਠੀ ਦਾ ਚੱਪਾ ਥਾਂ ਅੱਜ ਸਤਸੰਗੀਆਂ ਨਾਲ ਪੂਰਿਆ ਹੋਇਆ ਸੀ। ਸਵੇਰ ਦਾ ਸਤਸੰਗ ਅੱਜ ਸਵਰਨ ਸਿੰਘ ਨੇ ਆਪਣੇ ਨਿਵਾਸ ਸਥਾਨ 'ਤੇ ਕਰਵਾਇਆ। ਬੜੇ ਚਾਵਾਂ ਉਮੰਗਾਂ ਤੇ ਰੀਝਾਂ ਨਾਲ ਲੰਗਰ ਆਦਿ ਦੀ ਸੇਵਾ ਆਰੰਭੀ ਗਈ। ਸ਼ਹਿਰ ਦੇ ਪਤਵੰਤਿਆਂ ਤੋਂ ਛੁੱਟ ਆਮ ਸੰਗਤਾਂ ਲਈ ਵੀ ਲੰਗਰ ਦਾ ਪ੍ਰਬੰਧ ਕੀਤਾ ਸੀ। ਅੰਮ੍ਰਿਤ ਵੇਲੇ ਤੋਂ ਲੈ ਕੇ ਲੋਢੇ ਵੇਲੇ ਤੀਕ ਇਹ ਚਹਿਲ ਪਹਿਲ ਜਾਰੀ ਰਹੀ। ਫਿਰ ਆਪਣੇ ਮਿੱਥੇ ਹੋਏ ਫੈਸਲੇ ਅਨੁਸਾਰ ਸਵਰਨ ਸਿੰਘ ਨੇ ਆਮ ਸੰਗਤ ਤੇ ਰਜਿਸਟਰਾਰ ਦੀ ਮੌਜੂਦਗੀ 'ਚ ਬਗੀਚੀ ਦੀ ਰਜਿਸਟਰੀ ਦੀ ਤਸਦੀਕ ਕਰਾਈ। ਸੰਤਾਂ ਨੇ ਭਾਵੇਂ ਬਥੇਰੀ ਨਾਂਹ ਨੁੱਕਰ ਕੀਤੀ, ਕਾਫੀ ਚਿਰ ਇਸ ਗੱਲ 'ਤੇ ਖਿੱਚਾ ਖਿੱਚੀ ਹੁੰਦੀ ਰਹੀ, ਪਰ ਛੇਕੜ ਜਦ ਸੰਤਾਂ ਨੂੰ ਕਿਹਾ ਗਿਆ ਕਿ ਸੰਗਤ ਕਿਉਂਕਿ ਗੁਰੂ ਦਾ ਰੂਪ ਹੈ, ਇਸ ਲਈ ਸੰਗਤ ਦਾ ਹੁਕਮ ਉਹਨਾਂ ਨੂੰ ਮੰਨਣਾ ਹੀ ਪਏਗਾ, ਤਾਂ ਕਿਤੇ ਮੁਸ਼ਕਿਲ ਨਾਲ ਉਹ ਇਸ ਕੰਮ ਲਈ ਰਜ਼ਾਮੰਦ ਹੋਏ। ਤੇ ਫਿਰ ਜੈਕਾਰਿਆਂ ਦੀ ਗੂੰਜ ਨਾਲ ਦਾਨ ਪੱਤਰ ਉੱਤੇ ਦੋਹਾਂ ਧਿਰਾਂ ਵੱਲੋਂ ਦਸਖਤ ਕੀਤੇ ਗਏ। ਇਸ ਸ਼ੁਭ ਸਮਾਗਮ ਦੀ ਖੁਸ਼ੀ ਵਿੱਚ ਸਾਰੀ ਸੰਗਤ ਖੀਵੀ ਹੋ ਰਹੀ ਸੀ। ਇੱਕ ਪਾਸੇ ਸੰਤਾਂ ਦੀ ਕਰਾਮਾਤ ਵੇਖ ਕੇ, ਦੂਜੇ ਪਾਸੇ ਸਵਰਨ ਸਿੰਘ ਦੀ ਉਦਾਰਤਾ ਵੇਖ। ਸਮਾਗਮ ਦੇ ਆਰੰਭ ਉੱਤੇ ਸੰਤਾਂ ਨੇ ਕਾਕੇ ਨੂੰ ਗੋਦ 'ਚ ਲੈ ਕੇ ਆਸ਼ੀਰਵਾਦ ਦਿੱਤਾ। ਫਿਰ ਉਹਦਾ ਨਾਮਕਰਨ ਸੰਸਕਾਰ ਹੋਇਆ। ਬੱਚੇ ਦਾ ਨਾਂ ਸੰਗਤ ਸਿੰਘ ਰੱਖਿਆ ਗਿਆ, ਕਿਉਂਕਿ ਸੰਗਤ ਦੀ ਕਿਰਪਾ ਨਾਲ ਹੀ ਇਹਦੀ ਪ੍ਰਾਪਤੀ ਹੋਈ ਸੀ। ਮੁਨਸ਼ੀ ਰਾਜ ਸਿੰਘ ਵੀ ਪਤਨੀ ਸਮੇਤ ਇਸ ਸਮਾਗਮ 'ਚ ਸ਼ਾਮਲ ਹੋਇਆ ਤੇ ਸਾਰਾ ਦਿਨ ਦੋਹਾਂ ਪਤੀ ਪਤਨੀ ਨੇ ਸਵਰਨ ਸਿੰਘ ਦੀ ਕੋਠੀ ਬਿਤਾਇਆ। ਸੰਤਾਂ ਦੀ ਆਮਦ ਤੋਂ ਲੈ ਕੇ ਵਾਪਸੀ ਤੱਕ ਸਵਰਨ ਸਿੰਘ ਦੀ ਕੋਠੀ 'ਚ ਸਾਰਾ ਦਿਨ ਜਿਹੋ ਜਿਹਾ ਧੂਮ-ਧਾਮ ਤੇ ਸਤਸੰਗ ਦਾ ਪ੍ਰਵਾਹ ਚੱਲਦਾ ਰਿਹਾ, ਇਸ ਸ਼ਹਿਰ ਲਈ ਇੱਕ ਸਾਧਾਰਨ ਘਟਨਾ ਸੀ, ਜਿਹਦਾ ਹਰ ਇੱਕ ਮਾਈ ਭਾਈ ਉੱਤੇ ਬੜਾ ਗਹਿਰਾ ਅਸਰ ਹੋਇਆ। ਕਥਾ ਕੀਰਤਨ ਦੇ ਵਿਚਾਲੇ ਸਵਰਨ ਸਿੰਘ ਦੀ ਨਜ਼ਰ ਵਿਸ਼ੇਸ਼ ਕਰ ਮੁਨਸ਼ੀ ਰਾਜ ਸਿੰਘ ਉੱਤੇ ਹੀ ਰਹੀ। ਉਹ ਬਰਾਬਰ ਘੋਖਦਾ ਰਿਹਾ। ਉਹਦੇ ਦਿਲ 'ਤੇ ਕਿੰਨਾ ਕੁ ਅਸਰ ਹੋਇਆ, ਪਰ ਨਤੀਜਾ ਉਹਨੂੰ ਕੋਈ ਆਸ਼ਾਜਨਕ ਨਾ ਮਾਲੂਮ ਹੋਇਆ। ਰਾਜ ਸਿੰਘ ਜਿੰਨਾ ਚਿਰ ਸਤਸੰਗ 'ਚ ਮੌਜੂਦ ਰਿਹਾ, ਅਣਭਿੱਜ ਰਹੀ ਜਿਹੀ ਹਾਲਤ ਵਿੱਚ ਹੀ। ਨਾ ਤਾਂ ਉਹਨੇ ਕਿਸੇ ਕੰਮ 'ਚ ਕੋਈ ਉਤਸ਼ਾਹ ਵਿਖਾਇਆ, ਨਾ ਹੀ ਉਹਨੇ ਆਪਣਾ ਕੋਈ ਖਿਆਲ ਪ੍ਰਗਟ ਕੀਤੇ, ਜਦ ਕਿ ਦੂਜੇ ਪਾਸੇ ਸਾਰੇ ਮੁਖੀ ਪ੍ਰੇਮੀਆਂ ਨੇ ਵਾਰੋ ਵਾਰੀ ਸੰਗਤ 'ਚ ਖੜਿਆਂ ਹੋ ਕੇ ਬੜੇ ਪ੍ਰੇਮ ਤੇ ਸ਼ਰਧਾ ਨਾਲ ਆਪੋ ਆਪਣੇ ਖਿਆਲ ਦਾ ਪ੍ਰਗਟਾਓ ਕੀਤਾ ਸੀ। ਇਸ ਬਾਰੇ ਸਵਰਨ ਸਿੰਘ ਦੇ ਦਿਲ ਨੂੰ ਬਰਾਬਰ ਖੁਦਖੁਦੀ ਲੱਗੀ ਰਹੀ।
ਇਹ ਜਾਣਨ ਲਈ ਉਹ ਬੜਾ ਉਤਸੁਕ ਸੀ ਕਿ ਮੁਨਸ਼ੀ ਰਾਜ ਸਿੰਘ ਇਸ ਸਮਾਗਮ 'ਚ ਕੀ ਖਿਆਲ ਲੈ ਕੇ ਮੁੜੇਗਾ। ਸਤਸੰਗ ਦੀ ਸਮਾਪਤੀ ਉਪਰੰਤ ਜਦ ਮੁਨਸ਼ੀ ਰਾਜ ਸਿੰਘ ਘਰ ਜਾਣ ਲੱਗਾ, ਸਵਰਨ ਸਿੰਘ ਦਾ ਜੀ ਕੀਤਾ ਉਹਨੂੰ ਇਸ ਬਾਰੇ ਪੁੱਛ ਵੇਖੇ, ਪਰ ਭੀੜ ਭਾੜ ਤੇ ਰੁਝੇਵੇਂ ਕਾਰਨ ਉਹ ਐਸਾ ਨਹੀਂ ਕਰ ਸਕਿਆ। ਦੂਜੇ ਦਿਨ ਜਦ ਰਾਤੀ ਮੁਨਸ਼ੀ ਰਾਜ ਸਿੰਘ ਆਪਣੇ ਘਰ 'ਚ ਮੌਜੂਦ ਸੀ ਤਾਂ ਸਵਰਨ ਸਿੰਘ ਉਸ ਪਾਸ ਜਾ ਪੁੱਜਾ। ਉਸ ਨਾਲ ਕੁਝ ਚਿਰ ਹੋਰ ਗੱਲਾਂ ਕਰਨ ਤੋਂ ਬਾਅਦ ਅਸਲ ਪ੍ਰਸੰਗ ਨੂੰ ਛੇੜਦਿਆਂ ਉਹਨੇ ਪੁੱਛਿਆ, ਅੱਛਾ ਸੁਣਾਓ ਮੁਨਸ਼ੀ ਜੀ, ਕੱਲ੍ਹ ਦਾ ਸਤਸੰਗ ਤੁਹਾਨੂੰ ਕਿਹੋ ਜਿਹਾ ਮਾਲੂਮ ਹੋਇਆ? ਜਵਾਬ 'ਚ ਥੋੜ੍ਹਾ ਚਿਰ ਖਾਮੋਸ਼ ਰਹਿਣ ਤੋਂ ਬਾਅਦ ਰਾਜ ਸਿੰਘ ਕੁਝ ਢਿੱਲੇ ਜਿਹੇ ਰੌਂ 'ਚ ਬੋਲਿਆ, ਚੰਗਾ ਸੀ। ਉਹਦਾ ਇਹ ਰੁੱਖਾ ਤੇ ਸੰਖੇਪ ਉੱਤਰ ਸੁਣ ਕੇ ਸਵਰਨ ਸਿੰਘ ਗਮਰੁੱਠ ਜਿਹਾ ਹੋ ਗਿਆ। ਜਿਸ ਕੰਮ ਦੀ ਸਾਰਾ ਸ਼ਹਿਰ ਮੁਕਤ ਕੰਠ ਨਾਲ ਸ਼ੋਭਾ ਕਰ ਰਿਹਾ ਸੀ, ਉਸ ਬਾਰੇ ਮੁਨਸ਼ੀ ਦਾ ਇਸ 3 ਅੱਖਰਾ ਜਵਾਬ ਕਿੰਨਾ ਬੇਮੇਚਾ ਜਾਪਿਆ ਉਹਨੂੰ। ਰਾਜ ਸਿੰਘ ਦੇ ਖਿਆਲ 'ਚ ਇਸ ਬਾਰੇ ਕੁਝ ਵੀ ਹੋਣ, ਪਰ ਅੱਜ ਦਾ ਉਹ ਇਹਨਾਂ ਨੂੰ ਜਾਣਨ ਦੀ ਹੀ ਖਾਹਿਸ਼ ਲੈ ਕੇ ਘਰੋਂ ਨਿਕਲਿਆ ਸੀ। ਬੋਲਿਆ, ਮਾਲੂਮ ਹੁੰਦਾ ਤੁਹਾਡੀ ਕੋਈ ਖਾਸ ਦਿਲਚਸਪੀ ਨਹੀਂ ਸੀ ਇਸ ਨਾਲ। ਰਾਜ ਸਿੰਘ ਸਵਰਨ ਸਿੰਘ ਦੇ ਭਾਵ ਨੂੰ ਸਮਝਦਾ ਹੋਇਆ, ਸੱਚੀ ਗੱਲ ਪੁੱਛਦੇ ਹੋ ਤਾਂ ਖਾਸ ਛੱਡ ਕੇ ਆਮ ਵੀ ਨਹੀਂ ਸੀ ਮੇਰੀ ਦਿਲਚਸਪੀ। ਸਵਰਨ ਸਿੰਘ ਦੇ ਦਿਲ ਤੇ ਦੂਰੀ ਚੋਟ ਲੱਗੀ, ਫਿਰ ਵੀ ਉਹਨੇ ਠਰਮੇ ਨਾਲ ਪੁੱਛਿਆ, ਇਹਦਾ ਮਤਲਬ? ਰਾਜ ਸਿੰਘ ਜ਼ਰਾ ਖੁੱਲ੍ਹ ਕੇ ਬੋਲਿਆ, ਜੇ ਮਤਲਬ ਪੁੱਛਣਾ ਚਾਹੁੰਦੇ ਹੋ ਤਾਂ ਪਹਿਲਾਂ ਇਕਰਾਰ ਕਰੋ ਮੇਰੀਆਂ ਗੱਲਾਂ ਸੁਣ ਕੇ ਨਾਰਾਜ਼ ਨਹੀਂ ਹੋਗੇ। ਨਾਰਾਜ਼ਗੀ ਦੀ ਇਸ 'ਚ ਕਿਹੜੀ ਗੱਲ ਹੈ ਮੁਨਸ਼ੀ ਜੀ, ਤੁਸੀਂ ਨਿਸੰਗ ਹੋ ਕੇ ਦੱਸੋ। ਗੱਲ ਇਹ ਹੈ ਸਰਦਾਰ ਜੀ, ਤੁਹਾਨੂੰ ਭਾਵੇਂ ਗੁੱਸਾ ਹੀ ਲੱਗੇ, ਪਰ ਮੈਨੂੰ ਤਾਂ ਇਹ ਸਾਰਾ ਕੁਝ ਛੁੱਟ ਅਡੰਬਰ ਤੋਂ ਹੋਰ ਕੁਝ ਨਹੀਂ ਜੇ ਮਾਲੂਮ ਹੋਇਆ। ਅਡੰਬਰ? ਕੀ ਤੁਸੀਂ ਸਤਸੰਗ ਨੂੰ ਅਡੰਬਰ ਸਮਝਦੇ ਹੋ? ਸਤਸੰਗ ਬੜੀ ਮਹਾਨ ਚੀਜ਼ ਹੈ ਸਰਦਾਰ ਜੀ, ਤੇ ਮੇਰੇ ਦਿਲ 'ਚ ਹਕੀਕੀ ਸਤਸੰਗ ਦਾ ਸਤਿਕਾਰ ਹੈ। ਪਰ ਇਹ ਜੋ ਕੁਝ ਹੋਇਆ ਜਾਂ ਹੋ ਰਿਹਾ, ਇਸ 'ਚ ਤਾਂ ਮਾਫ਼ ਕਰਨਾ, ਸਤਸੰਗ ਦਾ ਮੈਨੂੰ ਕਿਤੇ ਵੀ ਕੋਈ ਚਿੰਨ੍ਹ ਨਹੀਂ ਲੱਭਾ। ਮੇਰੇ ਖਿਆਲ 'ਚ ਸਤਸੰਗ ਹੋਰ ਚੀਜ਼ ਹੈ, ਪਰ ਅਡੰਬਰ ਜਾਂ ਦਿਖਾਵਾ ਕੁਝ ਹੋਰ। ਸਵਰਨ ਸਿੰਘ ਨੂੰ ਇਹ ਦਲੀਲ ਬੜੀ ਅਣਸੁਖਾਵੀਂ ਜਾਪੀ। ਬੋਲਿਆ, ਤਾਂ ਮੈਂ ਸਮਝਦਾ ਕਿ ਤੁਸੀਂ ਉਹਨਾਂ ਆਦਮੀਆਂ 'ਚੋਂ ਜਿਹੜੇ ਹੱਥ 'ਚ ਦੀਵਾ ਲੈ ਕੇ ਖੂਹ 'ਚ ਜਾ ਡਿੱਗਦੇ ਨੇ। ਹੋਰ ਗੱਲਾਂ ਤਾਂ ਛੱਡੋ, ਕਿ ਸੰਤਾਂ ਦੇ ਮੁਹੱਜ਼ੇ ਦਾ ਵੀ ਤੁਹਾਡੇ ਦਿਲ 'ਤੇ ਕੋਈ ਅਸਰ ਨਹੀਂ, ਜਿਹੜਾ ਤੁਸੀਂ ਪ੍ਰਤੱਖ ਵੇਚ ਚੁੱਕੇ ਹੋ। ਮੁਹੱਜ਼ਾ? ਰਾਜ ਸਿੰਘ ਨੇ ਪੁੱਛਿਆ, ਕਿਹੜੇ ਮੁਹੱਜ਼ੇ ਦੀ ਗੱਲ ਕਰਦੇ ਹੋ? ਤੁਸੀਂ ਨਹੀਂ ਵੇਖ ਰਹੇ ਉਸ ਮਹਾਤਮਾ ਦੇ ਵਰਦਾਨ ਨਾਲ ਮੇਰੇ ਘਰ 4 ਲੜਕੀਆਂ ਤੋਂ ਬਾਅਦ ਪੁੱਤਰ ਹੋਇਆ। ਉਹ ਰਾਜ ਵਿਅੰਗ ਜੇ ਢੰਗ ਨਾਲ ਹੱਸਿਆ, ਇਹਨੂੰ ਤੁਸੀਂ ਮੁਹੱਜਾ ਸਮਝਦੇ ਹੋ? ਜੀ ਹਾਂ, ਇਸ ਤੋਂ ਵੱਡੀ ਕਰਾਮਾਤ ਮੈਂ ਅੱਜ ਤੀਕ ਨਹੀਂ ਵੇਖੀ, ਤੇ ਇਹ ਨਿਰਾ ਮੇਰਾ ਹੀ ਖਿਆਲ ਨਹੀਂ, ਇਸ ਸ਼ਹਿਰ ਦਾ ਬੱਚਾ ਅੱਜ ਦੀ ਸਾਖੀ ਭਰਦਾ ਹੈ। ਮਾਫ਼ ਕਰਨਾ, ਪਹਿਲਾਂ ਮੈਨੂੰ ਸਿਰਫ ਸ਼ੱਕ ਸੀ, ਪਰ ਅੱਜ ਨਿਸ਼ਚਾ ਹੋ ਗਿਆ ਕਿ ਤੁਸੀਂ ਪੱਕੇ ਨਾਸਤਿਕ ਹੋ। ਗੁਰੂ ਜਾਂ ਰੱਬ ਉੱਤੇ ਤੁਹਾਡਾ ਜ਼ਰਾ ਵੀ ਵਿਸ਼ਵਾਸ ਨਹੀਂ। ਰਾਜ ਸਿੰਘ ਬੋਲਿਆ, ਗੁਰੂ ਜਾਂ ਰੱਬ ਉੱਤੇ ਮੇਰਾ ਵਿਸ਼ਵਾਸ ਹੈ ਜਾਂ ਨਹੀਂ, ਇਹ ਦੂਜਾ ਸਵਾਲ ਹੈ ਸਰਦਾਰ ਜੀ, ਜਿਸ ਉੱਤੇ ਅਸੀਂ ਫੇਰ ਕਦੀ ਵਿਚਾਰ ਕਰਾਂਗੇ। ਫਿਲਹਾਲ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਅਵਲ ਤਾਂ ਇਹ ਜਿਹੜਾ ਤੁਹਾਡੇ ਘਰ ਲੜਕਾ ਹੋਇਆ, ਇਸ 'ਚ ਕਿਸੇ ਦੀ ਕਰਾਮਾਤ ਜਾਂ ਮੁਹੱਜੇ ਦਾ ਕੋਈ ਹੱਥ ਨਹੀਂ ਜਾਪਦਾ। ਪਰ ਜੇ ਇਹਨੂੰ ਸੱਚ ਵੀ ਮੰਨ ਲਵਾਂ ਤਾਂ ਮੈਨੂੰ ਇਹ ਵੀ ਮੰਨਣਾ ਪਏਗਾ ਕਿ ਤੁਸੀਂ ਆਪਣੇ ਗੁਰੂ ਜਾਂ ਰੱਬ ਜਾਂ ਸੰਤਾਂ ਉੱਤੇ ਜਿਹੜੀ ਸ਼ਰਧਾ ਪ੍ਰਗਟ ਕਰ ਰਹੇ ਹੋ, ਉਹ ਇੱਕ ਸੌਦੇਬਾਜ਼ੀ ਤੋਂ ਬਿਨਾਂ ਹੋਰ ਕੁਝ ਨਹੀਂ। ਅੱਜ ਤੁਹਾਨੂੰ ਸੰਤਾਂ ਜਾਂ ਗੁਰੂ ਜਾਂ ਰੱਬ ਦੀ ਕਿਰਪਾ ਨਾਲ ਪੁੱਤਰ ਮਿਲ ਗਿਆ, ਤੁਸੀਂ ਉਹਨਾਂ ਦੇ ਪੱਕੇ ਸ਼ਰਧਾਲੂ ਬਣ ਬੈਠੇ। ਇਸ ਲੇਖੇ ਤਾਂ ਭਲਕੇ ਜੇ ਤੁਹਾਡਾ ਕੋਈ ਨੁਕਸਾਨ ਹੋ ਗਿਆ ਤਾਂ ਤੁਹਾਡੀ ਇਹ ਸ਼ਰਧਾ ਡਾਵਾਂਡੋਲ ਵੀ ਹੋ ਸਕਦੀ ਹੈ। ਤੁਸੀਂ ਆਪ ਹੀ ਇੱਕ ਵਾਰੀ ਗੱਲਾਂ ਕਰਦਿਆਂ ਦੱਸਿਆ ਸੀ ਕਿ ਜਦੋਂ ਇੰਨੀਆਂ ਮੰਨਤਾਂ ਤੇ ਸੁਖਣਾ ਦੇਣ ਤੋਂ ਬਾਅਦ ਵੀ ਤੁਹਾਡੇ ਘਰ 4ਥੀ ਲੜਕੀ ਹੋ ਪਈ ਤਾਂ ਰੱਬ ਜਾਂ ਗੁਰੂ ਤੋਂ ਤੁਹਾਡਾ ਇਤਬਾਰ ਹੀ ਉੱਠ ਗਿਆ ਸੀ। ਗੋਇਆ ਰੱਬ ਤਾਂ ਹੀ ਰੱਬ ਹੈ, ਗੁਰੂ ਤਾਂ ਹੀ ਗੁਰੂ ਹੈ, ਜੇ ਉਹ ਲਗਾਤਾਰ ਤੁਹਾਡੀਆਂ ਕਾਮਨਾਵਾਂ ਪੂਰੀਆਂ ਕਰਦੇ ਚਲੇ ਜਾਣ, ਤੇ ਜਦੋਂ ਹੀ ਤੁਹਾਡੀ ਕਿਸੇ ਇੱਛਾ ਪੂਰਤੀ 'ਚ ਢਿੱਲ ਪੈ ਗਈ, ਫਿਰ ਤੁਹਾਡੇ ਲਈ ਨਾ ਕੋਈ ਰੱਬ ਨਾ ਕੋਈ ਗੁਰੂ। ਤੇ ਜਦੋਂ ਫਿਰ ਕੁਝ ਚਿਰ ਬਾਅਦ ਤੁਹਾਡੀ ਇੱਛਾ ਪੂਰੀ ਹੋ ਗਈ ਤਾਂ ਤੁਸੀਂ ਆਪਣੇ ਗੁਰੂ ਤੇ ਰੱਬ ਨੂੰ ਨਾਲ ਤੋੜਿਆ ਰਿਸ਼ਤਾ ਮੁੜ ਨਵੇਂ ਸਿਰ ਗੰਢ ਲਿਆ। ਮਾਫ਼ ਕਰਨਾ, ਇਹਨੂੰ ਮੈਂ ਇੱਕ ਚੰਗੀ ਦੁਕਾਨਦਾਰੀ ਤਾਂ ਕਹਿ ਸਕਦਾ, ਪਰ ਰੱਬ ਜਾਂ ਗੁਰੂ ਤੇ ਸ਼ਰਧਾ ਨਹੀਂ। ਸੋਚੋ, ਜੇ ਰੱਬ ਦੇ ਘਰੋਂ ਪੁੱਤਰਾਂ ਦੀ ਦਾਤ ਕਿਸੇ ਉਚੇਰੀ ਬਖਸ਼ਿਸ਼ ਦਾ ਫਲ ਹੀ ਹੁੰਦਾ ਤਾਂ ਜਿਹੜੇ ਲੋਕ ਕਿਸੇ ਵੀ ਗੁਰੂ ਪੀਰ ਨੂੰ ਨਹੀਂ ਮੰਨਦੇ, ਉਹ ਤਾਂ ਸਾਰੀ ਉਮਰ ਅੰਤਰ ਹੀ ਰਹਿੰਦੇ। ਦੂਰ ਨਾ ਜਾਓ, ਮੇਰੇ ਬਾਰੇ ਤੁਸੀਂ ਹੁਣੇ ਫਤਵਾ ਦਿੱਤਾ ਕਿ ਮੈਂ ਪੱਕਾ ਨਾਸਤਕ ਹਾਂ। ਚਲੋ, ਮੈਂ ਨਾਸਤਕ ਸਹੀ, ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਸ ਨਾਸਤਕ ਦੇ ਘਰ ਵੀ ਇੱਕ ਛੱਡ ਕੇ ਕਈ ਪੁੱਤਰ ਨੇ। ਤੇ ਫਿਰ ਦੱਸੋ, ਇਹ ਕਿਸ ਦੀ ਬਖਸ਼ਿਸ਼ ਹੋਈ? ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸੰਤਾਨ ਦੀ ਪ੍ਰਾਪਤੀ ਕਿਸੇ ਕਰਾਮਾਤ ਕਰਕੇ ਨਹੀਂ ਹੁੰਦੀ, ਸਗੋਂ ਕੁਦਰਤ ਦਾ ਨਿਯਮ ਹੀ ਇਹੋ ਹੈ। ਜਿਨ੍ਹਾਂ ਲੋਕਾਂ ਦੇ ਘਰ ਸੰਤਾਨ ਨਹੀਂ ਹੁੰਦੀ, ਉਹ ਵੀ ਕਿਸੇ ਰੱਬੀ ਕਰੋਪੀ ਦੇ ਕਾਰਨ ਨਹੀਂ, ਸਗੋਂ ਪਤੀ ਜਾਂ ਪਤਨੀ ਦੀ ਕਿਸੇ ਜਿਨਸੀ ਬਿਮਾਰੀ ਜਾਂ ਹੋਰ ਕਿਸੇ ਕਾਰਨ ਕਰਕੇ ਐਸਾ ਹੁੰਦਾ ਹੈ। ਤੁਹਾਡਾ ਇਹ ਖਿਆਲ ਤਾਂ ਹੋਰ ਵੀ ਹਾਸੋਹੀਣਾ ਜਾਪਦਾ ਹੈ ਕਿ ਕਿਸੇ ਸੰਤ ਮਹਾਤਮਾ ਦੇ ਵਰ ਨਾਲ ਗਰਭ 'ਚ ਆਏ ਜੀਵ ਦੀ ਜਿਨਸੀਅਤ ਬਦਲ ਗਈ।
ਗਰਭ 'ਚ ਜਿਹੜਾ ਜੀਵ ਜਿਹਦੀ ਸ਼ਕਲ 'ਚ ਇੱਕ ਵਾਰੀ ਆ ਚੁੱਕਾ ਹੈ, ਕੁੜੀ ਭਾਵੇਂ ਮੁੰਡੇ ਦੀ ਸ਼ਕਲ 'ਚ, ਉਹਦੀ ਜਿਨਸੀਅਤ ਨੂੰ ਕੋਈ ਵੀ ਤਾਕਤ ਬਦਲ ਨਹੀਂ ਸਕਦੀ। ਸਾਇੰਸ ਨੇ ਇਹਨੂੰ ਸਾਬਤ ਕਰ ਦਿੱਤਾ ਹੈ। ਤੁਹਾਡਾ ਵਿਸ਼ਵਾਸ ਹੈ ਕਿ ਸੰਤਾਂ ਦੀ ਕਿਰਪਾ ਨਾਲ ਹੀ ਤੁਹਾਡੀ ਪਤਨੀ ਦੇ ਗਰਭ ਵਿਚਲੇ ਜੀਵ ਦੀ ਜਿਨਸੀਅਤ ਬਦਲ ਗਈ ਹੈ। ਇਹ ਬਿਲਕੁਲ ਤੁਹਾਡੀ ਖਾਬ ਖਿਆਲੀ ਹੈ। ਜੇ ਸੰਤਾਂ ਦੀ ਮਿਹਰ ਤੁਹਾਡੇ ਉੱਤੇ ਨਾ ਹੁੰਦੀ, ਫਿਰ ਵੀ ਤੁਹਾਡੇ ਘਰ ਐਤਕੀ ਲੜਕਾ ਹੀ ਹੋਣਾ ਸੀ, ਜਦ ਕਿ ਉਹ ਪਹਿਲਾਂ ਤੋਂ ਹੀ ਲੜਕੇ ਦੀ ਸ਼ਕਲ ਲੈ ਕੇ ਗਰਭ 'ਚ ਆ ਚੁੱਕਾ ਸੀ। ਸੁਣ ਕੇ ਸਵਰਨ ਸਿੰਘ ਥੋੜ੍ਹਾ ਚਿਰ ਸੋਚੀ ਪਿਆ ਰਿਹਾ, ਫਿਰ ਬੋਲਿਆ, ਤਾਂ ਕੀ ਤੁਹਾਡੇ ਖਿਆਲ 'ਚ ਰੱਬ ਦੀ ਕੋਈ ਹਸਤੀ ਨਹੀਂ? ਰੱਬ ਦੀ ਹਸਤੀ ਹੋਣ ਜਾਂ ਨਾ ਹੋਣ ਦਾ ਤਾਂ ਇਸ ਮਾਮਲੇ ਨਾਲ ਕੋਈ ਸਬੰਧ ਹੀ ਨਹੀਂ, ਜਦ ਕਿ ਔਲਾਦ ਦਾ ਹੋਣਾ ਇੱਕ ਕੁਦਰਤੀ ਨਿਯਮ ਹੈ ਅਤੇ ਕਿਸੇ ਦੇ ਘਰ ਲਗਾਤਾਰ ਮੁੰਡੇ ਜਾਂ ਕੁੜੀਆਂ ਦਾ ਹੋਈ ਜਾਣਾ ਵੀ ਕੋਈ ਪ੍ਰਕਿਰਤਿਕ ਕਾਰਨ ਹੀ ਹੈ। ਫਿਰ ਵੀ ਤੁਹਾਡਾ ਇਹ ਸਵਾਲ ਕਿ ਮੈਂ ਰੱਬ ਦੀ ਹਸਤੀ ਤੋਂ ਮੁਨਕਰ ਹਾਂ, ਗਲਤ ਹੈ। ਰੱਬ ਦੀ ਹਸਤੀ ਤੋਂ ਜੇ ਕੋਈ ਮੁਨਕਰ ਹੋਣਾ ਵੀ ਚਾਹੇ ਤਾਂ ਕਿਵੇਂ ਹੋ ਸਕਦਾ ਹੈ? ਮੇਰੇ ਖਿਆਲ 'ਚ ਰੱਬ ਦੀ ਹੋਂਦ ਕਿਸੇ ਖਾਸ ਥਾਂ 'ਤੇ ਵੇਖਣੀ ਚਾਹੀਏ। ਉਹ ਥਾਂ ਹੈ ਮਨੁੱਖਤਾ, ਜਿਹਨੂੰ ਉਹਨੇ ਆਪਣੇ ਰੂਪ ਤੋਂ ਸਾਜ ਕੇ ਜਾਂ ਆਪਣਾ ਰੂਪ ਸਥਾਪਿਤ ਕਰਕੇ ਇਸ ਦੁਨੀਆ 'ਚ ਭੇਜਿਆ। ਮੇਰੇ ਖਿਆਲ 'ਚ ਇਹ ਸਵਾਲ ਹੀ ਸਭ ਤੋਂ ਵੱਡੀ ਭੁੱਲ ਹੈ ਕਿ ਰੱਬ ਕਿੱਥੇ ਹੈ। ਬਿਲਕੁਲ ਸਵਾਲ ਇਹ ਹੋਣਾ ਚਾਹੀਦਾ ਕਿ ਰੱਬ ਕਿੱਥੇ ਨਹੀਂ। ਇਹ ਸ੍ਰਿਸ਼ਟੀ ਜਾਂ ਪ੍ਰਕਿਰਤੀ ਕੀ ਹੈ? ਰੱਬ ਦੀ ਇੱਕ ਵਿਸ਼ਾਲ ਵਰਕਸ਼ਾਪ ਹੀ ਤਾਂ ਹੈ। ਰੱਬ ਨੇ ਮਨੁੱਖ ਨੂੰ ਚੇਤਨ ਸ਼ਕਤੀ, ਬੁੱਧੀ, ਦਿਲ, ਦਿਮਾਗ ਇਸੇ ਲਈ ਤਾਂ ਦਿੱਤਾ ਹੈ ਕਿ ਇਹਦੀ ਮਦਦ ਨਾਲ ਉਹ ਰੱਬ ਦੀ ਇਸ ਵਰਕਸ਼ਾਪ 'ਚ ਜੋ ਕੁਝ ਚਾਹੇ ਪ੍ਰਾਪਤ ਕਰ ਸਕਦਾ ਹੈ। ਅਤੇ ਜੇ ਬੰਦਾ ਰੱਬ ਦੀਆਂ ਇਹਨਾਂ ਮਨ, ਬੁੱਧੀ ਆਦਿ ਅਨਮੋਲ ਦਾਤਾਂ ਨੂੰ ਪਾ ਕੇ ਇਹਨਾਂ ਨੂੰ ਚਿੱਤਰਦਾ ਨਾ, ਮੇਰਾ ਮੂੰਹ ਜ਼ਬਾਨੀ ਰੱਬ ਰੱਬ ਜਾਪ ਜਪੀ ਜਾਂਦਾ, ਤਾਂ ਕੀ ਇਹ ਇਨਸਾਨ ਮੌਜੂਦਾ ਹਾਲਤ ਤੱਕ ਪਹੁੰਚ ਸਕਦਾ ਹੈ ਕਿ ਅੱਜ ਉਹ ਉਹਨਾਂ ਹੀ ਕਰੋੜਾਂ ਸਾਲ ਪਹਿਲਾਂ ਵਾਲੀਆਂ ਗੁਫਾਵਾਂ ਅਤੇ ਘੁਰਨਿਆਂ 'ਚ ਹੀ ਨਾ ਦੁਬਕਿਆ ਬੈਠਾ ਹੁੰਦਾ? ਫਿਰ ਤੁਸੀਂ ਕੀਕਣ ਕਹਿ ਸਕਦੇ ਹੋ ਕਿ ਮੈਂ ਰੱਬ ਨੂੰ ਨਹੀਂ ਮੰਨਦਾ ਜਾਂ ਮੇਰੇ ਖਿਆਲ 'ਚ ਰੱਬ ਕੋਈ ਨਹੀਂ। ਸਵਰਨ ਸਿੰਘ ਨੂੰ ਮੁਨਸ਼ੀ ਦੀਆਂ ਗੱਲਾਂ ਕਾਫੀ ਅਸੰਗਤ ਜਾਪੀਆਂ। ਬੋਲਿਆ, ਫਿਰ ਤਾਂ ਤੁਹਾਡੇ ਮਤ ਅਨੁਸਾਰ ਸਾਰੇ ਧਰਮ ਕਰਮ ਅਤੇ ਪੂਜਾ ਪਾਠ ਬੇਮਤਲਬ ਹੋਏ ਨਾ? ਜੀ ਹਾਂ, ਰਾਜ ਸਿੰਘ ਨੇ ਜਵਾਬ ਦਿੱਤਾ। ਇਹ ਨਿਰੋਲ ਦਿਖਾਵੇ ਜਾਂ ਗਰਜ਼ ਦੇ ਪੂਜਾ ਪਾਠ ਜਾਂ ਧਰਮ ਕਰਮ ਮੈਨੂੰ ਨਿਰਰਥਕ ਜਾਪਦੇ ਨੇ। ਮੇਰੇ ਖਿਆਲ 'ਚ ਉਹ ਲੋਕ ਜਿਹੜੇ ਨਿਰਾ ਇਸ ਲਈ ਰੱਬ ਜਾਂ ਗੁਰੂ ਪੀਰ ਦੀ ਪੂਜਾ ਭਗਤੀ ਕਰਦੇ ਨੇ ਕਿ ਰੱਬ ਉਹਨਾਂ ਦੀ ਭਗਤੀ 'ਤੇ ਰੀਝ ਕੇ ਉਹਨਾਂ ਨੂੰ ਦੌਲਤ ਨਾਲ ਮਾਲਾ ਮਾਲ ਕਰ ਦੇ, ਪੁੱਤਰਾਂ ਨਾਲ ਉਹਨਾਂ ਦੀ ਝੋਲੀ ਭਰ ਦੇ ਜਾਂ ਕੋਈ ਵੱਡਾ ਰੁਤਬਾ ਦਿਵਾ ਦੇਵੇ, ਉਹ ਅਸਲ 'ਚ ਪੂਜਾ ਨਹੀਂ ਕਰਦੇ, ਆਪਣੇ ਇਸ਼ਟ ਨਾਲ ਸੌਦੇਬਾਜ਼ੀ ਕਰਦੇ ਨੇ। ਤੂੰ ਮੈਨੂੰ ਫਲਾਣੀ ਚੀਜ਼ ਦੇ ਜਾਂ ਦੇਣ ਦਾ ਇਕਰਾਰ ਕਰ, ਫਿਰ ਮੈਂ ਤੈਨੂੰ ਫਲਾਣੀ ਕਿਸਮ ਦਾ ਚੜਾਵਾ ਚੜਾਵਾਂਗਾ। ਬਲਕਿ ਇਸ ਤੋਂ ਵੀ ਅਗਾਂਹ ਮੇਰੇ ਖਿਆਲ 'ਚ ਤਾਂ ਤੁਹਾਡੇ ਲੋਕ ਮੁਕਤੀ ਦੀ ਖਾਹਿਸ਼ ਲੈ ਕੇ ਵੀ ਉਹਦੀ ਆਰਾਧਨਾ ਕਰਦੇ ਨੇ। ਉਹ ਵੀ ਖੁਦ ਗਰਜ਼ ਨੇ। ਮੁਕਤੀ ਵੀ ਤਾਂ ਇੱਕ ਖਾਹਿਸ਼ ਹੀ ਹੈ, ਜਿਵੇਂ ਐਸ਼ਵਰਜ ਦੀ ਖਾਹਿਸ਼, ਜਿਸ ਬਾਰੇ ਗੁਰਬਾਣੀ ਕਹਿੰਦੀ ਹੈ, ਰਾਜ ਨਾ ਚਾਹੋ ਮੁਕਤ ਨਾ ਚਾਹੋ, ਪ੍ਰੀਤ ਚਰਨ ਕਮਲਾਰੇ। ਸਵਰਨ ਸਿੰਘ ਬੋਲਿਆ, ਚਲੋ ਜੇ ਤੁਹਾਡੀ ਥਿਊਰੀ ਨੂੰ ਮੰਨ ਲਈਏ ਕਿ ਰਾਜ ਤੇ ਮੁਕਤੀ ਦੋਵੇਂ ਕਿਸੇ ਗਰਜ਼ ਦੇ ਬੰਧਕ ਨੇ, ਪ੍ਰੀਤ ਚਰਨ ਕਮਲਾਰੇ ਦਾ ਤੁਸੀਂ ਕੀ ਅਰਥ ਲੈਂਦੇ ਹੋ? ਪ੍ਰੀਤ ਦਾ ਅਰਥ ਸਾਫ਼ ਹੀ ਹੈ, ਰੱਬ ਨਾਲ ਪਿਆਰ। ਫਿਰ ਤਾਂ ਸਹਿਜੇ ਹੀ ਪੂਜਾ ਭਗਤੀ ਦਾ ਸਿਧਾਂਤ ਸਪਸ਼ਟ ਹੋ ਗਿਆ। ਪ੍ਰੀਤ ਦਾ ਨਾਂ ਪੂਜਾ ਭਗਤੀ ਹੈ। ਬਿਲਕੁਲ ਠੀਕ ਹੈ ਤੁਹਾਡਾ ਖਿਆਲ, ਪ੍ਰੀਤ ਦਾ ਨਾਂ ਹੀ ਪੂਜਾ ਭਗਤੀ ਹੈ। ਮੈਂ ਇਸ ਗੱਲ 'ਤੇ ਜ਼ੋਰ ਦਿੰਦਾ ਕਿ ਪੂਜਾ ਭਗਤੀ ਕੇਵਲ ਰੱਬ ਦੀ ਕੀਤੀ ਜਾਏ, ਨਾ ਕਿ ਕਿਸੇ ਮਾਦਕ ਚੀਜ਼। ਮਾਫ਼ ਕਰਨਾ ਮੁਨਸ਼ੀ ਜੀ, ਸਵਰਨ ਸਿੰਘ ਜ਼ਰਾ ਕਾਹਲਾ ਪੈ ਕੇ ਬੋਲਿਆ, ਇਹ ਤਾਂ ਤੁਹਾਡੀ ਉਸੇ ਤਰ੍ਹਾਂ ਦੀ ਦਲੀਲ ਹੈ ਜਿਵੇਂ ਅੰਨੇ ਦੇ ਭਾਣੇ ਸਾਰੀ ਦੁਨੀਆ ਅੰਨੀ, ਕਿਉਂਕਿ ਤੁਸੀਂ ਖੁਦ ਮਾਦਾ ਪ੍ਰਸਤੀ ਦਾ ਸ਼ਿਕਾਰ ਹੋ, ਇਸ ਲਈ ਹਰ ਕੋਈ ਤੁਹਾਨੂੰ ਮਾਦਾ ਪ੍ਰਸਤੀ ਦਿਖਾਈ ਦਿੰਦਾ ਹੈ। ਦੂਜਾ, ਤੁਸੀਂ ਖੁਦ ਹੀ ਕਿਸੇ ਗੱਲ ਦੀ ਨਿੰਦਿਆ ਅਤੇ ਖੁਦ ਹੀ ਪ੍ਰੋੜਤਾ ਕਰਨ ਲੱਗ ਪੈਂਦੇ ਹੋ। ਆਪ ਹੀ ਤਾਂ ਪੂਜਾ ਪਾਠ ਦਾ ਵਿਰੋਧ ਕਰਦੇ ਹੋ ਅਤੇ ਫਿਰ ਆਪੇ ਕਹਿੰਦੇ ਹੋ ਰੱਬ ਦੀ ਪੂਜਾ ਕਰਨੀ ਚਾਹੀਦੀ ਹੈ। ਬਸ ਇਹੋ ਹੀ ਨੁਕਤਾ ਹੈ, ਮੁਨਸ਼ੀ ਰਾਜ ਸਿੰਘ ਬੋਲਿਆ, ਜਿਹੜਾ ਮੈਂ ਤੁਹਾਨੂੰ ਜ਼ਹਿਨ ਨਸ਼ੀਨ ਕਰਾਉਣਾ ਚਾਹੁੰਦਾ। ਪੂਰਾ ਭਗਤੀ ਦਾ ਮਤਲਬ ਜੇ ਤੁਸੀਂ ਨਿਰਾ ਟਲ ਖੜਕਾਉਣੇ, ਮੱਥੇ ਘਸਾਉਣੇ, ਰਸਮੀ ਕਿਸਮ ਦਾ ਪਾਠ ਰਟਣਾ ਹੀ ਸਮਝਦੇ ਹੋ, ਤਾਂ ਯਕੀਨਨ ਤੁਸੀਂ ਖੁਦ ਉਸ ਮਾਦਾ ਪ੍ਰਸਤੀ ਦਾ ਲਫ਼ਜ਼ੀ ਅਰਥ ਇਹੋ ਤੁਸੀਂ ਮੈਨੂੰ ਖਿਆਲ ਕਰ ਰਹੇ ਹੋ। ਮਾਦਾ ਪ੍ਰਸਤੀ ਦਾ ਲਫ਼ਜ਼ੀ ਅਰਥ ਇਹ ਹੈ ਕਿ ਮਾਦੇ ਦੀ ਪੂਜਾ ਕਰਨੀ। ਜਿੱਥੋਂ ਤੱਕ ਮੈਨੂੰ ਯਾਦ ਹੈ, ਮੈਂ ਕਦੇ ਵੀ ਕਿਸੇ ਮਾਦਾ ਸ਼ੈ ਦੇ ਅੱਗੇ ਮੱਥਾ ਨਹੀਂ ਟੇਕਿਆ, ਪਰ ਮੈਂ ਉਹਨਾਂ ਅਣਗਿਣਤ ਆਦਮੀਆਂ ਦੀ ਕਿਰਿਆ ਵੱਲ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ, ਜਿਹੜੇ ਹਰ ਰੋਜ਼ ਪੱਥਰਾਂ, ਇੱਟਾਂ, ਸੋਨਾ, ਚਾਂਦੀ ਅਤੇ ਹੋਰ ਇਸੇ ਤਰ੍ਹਾਂ ਦੀਆਂ ਅਣਗਿਣਤ ਮਾਦੀ ਚੀਜ਼ਾਂ ਦੀ ਪੂਜਾ ਕਰਦੇ ਨੇ। ਜਿਨ੍ਹਾਂ ਲੋਕਾਂ ਨੂੰ ਤੁਸੀਂ ਮਾਦਾ ਪ੍ਰਸਤ ਕਹਿੰਦੇ ਹੋ, ਉਹ ਤਾਂ ਮਾਦਾ ਪ੍ਰਸਤ ਨਹੀਂ, ਸਗੋਂ ਮਾਦੇ ਮਤਲਬ ਪ੍ਰਕਿਰਤੀ ਦੇ ਖੋਜੀ ਸੰਚਾਲਕ ਨੇ। ਉਹ ਲੋਕ ਮਾਦੇ ਨੂੰ ਪੂਜਦੇ ਨਹੀਂ, ਸਗੋਂ ਮਾਦੇ ਨੂੰ ਵਿਗਿਆਨਕ ਢੰਗਾਂ ਨਾਲ ਇਸ ਲਾਇਕ ਬਣਾਉਂਦੇ ਨੇ ਕਿ ਉਹ ਮਨੁੱਖਤਾ ਦੀ ਪੂਜਾ ਕਰੇ।
ਮਨੁੱਖਤਾ ਲਈ ਲਾਭਦਾਇਕ ਸਾਬਤ ਹੋਵੇ। ਬਾਕੀ ਰਿਹਾ ਮੇਰੀ ਪਾਠ ਪੂਜਾ ਦਾ ਸਵਾਲ। ਮੈਂ ਹਕੀਕੀ ਤੌਰ 'ਤੇ ਰੱਬ ਪੂਜਾ 'ਚ ਵਿਸ਼ਵਾਸ ਰੱਖਦਾ, ਪਰ ਉਸ ਰੱਬ ਪੂਜਾ 'ਚ ਜਿਹਦੀ ਵਿਆਖਿਆ ਮਹਾਂਕਵੀ ਭਾਈ ਵੀਰ ਸਿੰਘ ਨੇ ਬੜੀ ਸਪਸ਼ਟ ਤੌਰ 'ਤੇ ਸੰਖੇਪ ਸ਼ਬਦਾਂ 'ਚ ਕੀਤੀ ਹੈ। ਦਿਲ ਕਾਬਾ ਰੱਬਾਣੂ, ਅਰਥਾਤ ਰੱਬ ਦਾ ਅਸਲ ਨਿਵਾਸ ਮਨੁੱਖ ਦੇ ਦਿਲ 'ਚ ਹੈ। ਇਸੇ ਲੇਖੇ ਮਨੁੱਖ ਦੀ ਪੂਜਾ ਹੀ ਅਸਲੀ ਅਰਥਾਂ 'ਚ ਰੱਬ ਦੀ ਪੂਜਾ ਹੈ। ਜਿਹੜਾ ਆਦਮੀ ਮਨੁੱਖ ਦੀ ਪੂਜਾ ਨਹੀਂ ਕਰਨਾ ਜਾਣਦਾ, ਜਿਹਨੂੰ ਮਨੁੱਖ ਕਈ ਹਿੱਸਿਆਂ 'ਚ ਵੰਡਿਆ ਦਿਸਦਾ ਹੈ, ਸਿੱਖ, ਹਿੰਦੂ, ਈਸਾਈ ਆਦਿ ਹਿੱਸਿਆਂ, ਜਾਂ ਜਿਹੜਾ ਆਦਮੀ ਮਨੁੱਖ ਨਾਲ ਦੁਜਾਇਗੀ ਦਾ ਭਾਵ ਰੱਖਦਾ ਹੈ, ਮੇਰਾ ਖਿਆਲ ਹੈ ਉਹਦਾ ਰੱਬ ਨਾਲ ਦੂਰ ਦਾ ਵੀ ਰਿਸ਼ਤਾ ਨਹੀਂ। ਜਿਹਨੂੰ ਰੱਬ ਮੰਦਰ 'ਚ ਦਿਸਦਾ ਹੈ ਪਰ ਮਸੀਤ 'ਚ ਨਹੀਂ, ਸਿੱਖ 'ਚ ਦਿਸਦਾ ਹੈ ਪਰ ਗੈਰ ਸਿੱਖ 'ਚ ਨਹੀਂ, ਉਹਨੇ ਪੂਜਾ ਪਾਠ ਦੇ ਰਾਜ਼ ਨੂੰ ਨਹੀਂ ਸਮਝਿਆ। ਜਿਹੜਾ ਕਹਿੰਦਾ ਹੈ ਕਿ ਗੁਰੂ ਨਾਨਕ ਦੇ ਸਿੱਖਾਂ ਤੋਂ ਬਿਨਾਂ ਬਾਕੀ ਸਾਰੀ ਦੁਨੀਆ ਅੰਨੀ ਤੇ ਨਾਮਾਕੂਲ ਹੈ, ਜਿਹਦਾ ਵਿਸ਼ਵਾਸ ਹੈ ਕਿ ਸਿਰਫ ਮੁਹੰਮਦ ਜਾਂ ਈਸਾ ਦੇ ਨਾਮ ਲੇਵਾਈ ਰੱਬੀ ਬਖਸ਼ਿਸ਼ਾਂ ਦੇ ਹੱਕਦਾਰ ਨੇ, ਉਹਨੇ ਰੱਬ ਦੀ ਪੂਜਾ ਭਗਤੀ ਨੂੰ ਤਾਂ ਕੀ ਸਮਝਣਾ। ਉਹਨੂੰ ਤਾਂ ਅਜੇ ਤੱਕ ਮਨੁੱਖ ਬਣਨ ਦੀ ਜਾਚ ਨਹੀਂ ਆਈ। ਮੁਨਸ਼ੀ ਰਾਜ ਸਿੰਘ ਦੀ ਇਹ ਲੰਮੀ ਤਕਰੀਰ ਸੁਣ ਕੇ ਸਵਰਨ ਸਿੰਘ ਥੋੜ੍ਹਾ ਚਿਰ ਕੁਝ ਜਕੋ ਤੱਕੋ 'ਚ ਪਿਆ ਰਿਹਾ, ਜਿਵੇਂ ਅੱਜ ਫਿਰ ਮੁਨਸ਼ੀ ਰਾਜ ਸਿੰਘ ਦੀਆਂ ਗੱਲਾਂ ਨੇ ਉਹਦੀ ਧਾਰਮਿਕਤਾ 'ਚ ਕੁਝ ਜ਼ਲਜ਼ਲਾ ਜਿਹਾ ਪੈਦਾ ਕਰਤਾ ਹੋਵੇ। ਪਰ ਉਹ ਝਟਪਟ ਸੰਭਲ ਕੇ ਬੋਲਿਆ, ਤੁਸੀਂ ਤਾਂ ਮੁਨਸ਼ੀ ਜੀ ਅਸਲ ਗੱਲ ਨੂੰ ਲਾਂਭੇ ਛੱਡ ਕੇ ਹੋਰ ਪਾਸੇ ਭੱਜ ਲੱਗੇ ਹੋ। ਮੈਂ ਇੱਕ ਬੜੀ ਸਿੱਧੀ ਜਿਹੀ ਗੱਲ ਤੁਹਾਤੋਂ ਪੁੱਛੀ ਸੀ ਵੀ ਸੰਤਾਂ ਬਾਰੇ ਤੁਹਾਡਾ ਕੀ ਵਿਚਾਰ ਹੈ। ਖਿਮਾ ਕਰਨਾ, ਰਾਜ ਸਿੰਘ ਬੋਲਿਆ, ਮੈਂ ਆਪਣੇ ਨਿਸ਼ਾਨੇ ਤੋਂ ਲਾਂਭੇ ਬਿਲਕੁਲ ਨਹੀਂ ਗਿਆ, ਬਲਕਿ ਜਿਹੜਾ ਸਵਾਲ ਮੇਰੇ 'ਤੇ ਤੁਸੀਂ ਕੀਤਾ ਉਸੇ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ। ਪਰ ਜੇ ਤੁਸੀਂ ਮੁੜ ਪਹਿਲੇ ਵਾਲੇ ਸਵਾਲ 'ਤੇ ਆ ਟਿਕੇ ਹੋ ਤਾਂ ਮੇਰਾ ਵੀ ਮੁੜ ਉਹੀ ਜਵਾਬ ਹੈ ਕਿ ਜੋ ਤੁਸੀਂ ਲੋਕ ਕਰ ਰਹੇ ਹੋ, ਇਹ ਸਾਰੀ ਤੁਹਾਡੀ ਧੂਮ ਧਾਮ ਮੈਨੂੰ ਇੱਕ ਫਜ਼ੂਲ ਜਿਹਾ ਅਡੰਬਰ ਜਾਂ ਦਿਖਾਵੇ ਤੋਂ ਵੱਧ ਕੁਝ ਨਹੀਂ ਜਾਪਦੀ। ਤੁਸੀਂ ਇਹ ਖਿਆਲ ਨਾ ਕਰਨਾ ਕਿ ਇਹ ਕਹਿ ਕੇ ਮੈਂ ਤੁਹਾਡੇ ਸੰਤਾਂ ਦਾ ਨਿਰਾਦਰ ਕਰ ਰਿਹਾ। ਭਾਵੇਂ ਉਹਨਾਂ ਦੇ ਜਾਤੀ ਜੀਵਨ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ, ਹੋ ਸਕਦਾ ਉਹਨਾਂ ਦੇ ਜੀਵਨ ਉੱਚਾ ਤੇ ਆਦਰਸ਼ਕ ਵੀ ਹੋਵੇ, ਪਰ ਇੱਕ ਗੱਲ ਮੈਂ ਤੁਹਾਨੂੰ ਯਕੀਨ ਨਾਲ ਕਹਿ ਸਕਦਾ, ਮੇਰੀ ਗੱਲ ਨੋਟ ਕਰ ਲਓ, ਕੋਈ ਕਿੰਨਾ ਵੀ ਉੱਚੇ ਜੀਵਨ ਵਾਲਾ ਹੋਵੇ, ਇਸ ਕਿਸਮ ਦੇ ਅਡੰਬਰ ਬਹੁਤੇ ਚਿਰ ਲਈ ਉਹਦੀ ਉੱਚਾਈ ਨੂੰ ਕਾਇਮ ਨਹੀਂ ਰਹਿਣ ਦਿਆ ਕਰਦੇ। ਅੱਜ ਜੇ ਉਹਨਾਂ ਦੀਆਂ ਮਨੋਬਿਰਤੀਆਂ 'ਚ ਟਿਕਾਓ ਹੈ, ਜੇ ਉਹਨਾਂ ਦੇ ਅੰਦਰ ਉੱਚੀਆਂ ਭਾਵਨਾਵਾਂ ਨੇ, ਸੁਧਾਰ ਦੀਆਂ ਤਮੰਨਾਵਾਂ ਨੇ, ਤਾਂ ਯਕੀਨ ਨਾਲ ਕੋਈ ਨਹੀਂ ਕਹਿ ਸਕਦਾ ਕਿ ਉਹਨਾਂ ਦੀ ਅਵਸਥਾ ਇੱਦਾਂ ਹੀ ਸਦਾ ਕਾਇਮ ਰਹੇਗੀ। ਜਦ ਕਿ ਸ਼ਰਧਾਲੂ ਲੋਕ ਉਹਨਾਂ ਦੁਆਲੇ ਇਹੋ ਜਿਹੇ ਅਡੰਬਰ ਦੀ ਵਲਗਣ ਵਲੀ ਜਾ ਰਹੇ ਹੈ। ਇਹ ਗੱਲ ਮੇਰੇ ਖਿਆਲ 'ਚ ਇਹ ਉਹਨਾਂ ਦੀ ਨਾ ਸਿਰਫ ਆਪਣੇ ਆਪ ਨਾਲ ਬਲਕਿ ਕੁਦਰਤ ਦੇ ਕਾਨੂੰਨ ਨਾਲ ਵੀ ਜ਼ਿਆਦਤੀ ਹੈ। ਇਹ ਗੱਲ ਕਹਿਣ ਤੋਂ ਤੁਹਾਡਾ ਕੀ ਭਾਵ ਹੈ ਮੁਨਸ਼ੀ ਜੀ? ਸਵਰਨ ਸਿੰਘ ਨੇ ਕੁਝ ਛਿੱਥਿਆਂ ਪੈ ਕੇ ਸਵਾਲ ਕੀਤਾ। ਮੇਰਾ ਭਾਵ ਹੈ ਤੁਹਾਡੇ ਸੰਤ ਖੂਬ ਰਿਸ਼ਟ ਪੁਸ਼ਟ ਸੋਹਣੇ ਸੁਨੱਖੇ ਜਵਾਨ ਆਦਮੀ ਨੇ, ਮੰਨਿਆ ਕਿਸੇ ਹਠ ਯੋਗ ਜਾਂ ਕਿਸੇ ਕਿਸਮ ਦੀ ਤਪੱਸਿਆ ਪ੍ਰਤੀਖਿਆ ਦੀ ਮਦਦ ਨਾਲ ਉਹ ਕੁਝ ਚਿਰ ਲਈ ਆਪਣੇ ਜਜ਼ਬਾਤ 'ਤੇ ਕਾਬੂ ਪਾਈ ਰੱਖਣਗੇ, ਪਰ ਇਸ ਗੱਲ ਦੀ ਕੀ ਗਰੰਟੀ ਹੈ ਕਿ ਜ਼ਿੰਦਗੀ ਭਰ ਉਹ ਇਹਨਾਂ ਦਾ ਇਹ ਨੇਮ ਨਿਭਦਾ ਚਲਾ ਜਾਏਗਾ? ਹੋ ਸਕਦਾ ਹੈ ਕਦੀ। ਸਵਰਨ ਸਿੰਘ ਨੂੰ ਮੁਨਸ਼ੀ ਜੀ ਦੀਆਂ ਗੱਲਾਂ ਤੀਰ ਵਾਂਗ ਵੱਜੀਆਂ। ਉਹ ਵਿੱਚੋਂ ਹੀ ਟੋਕ ਕੇ ਬੋਲੇ, ਮੁਨਸ਼ੀ ਜੀ ਤੁਸੀਂ ਤਹਿਜ਼ੀਬ ਦੀ ਹੱਦ ਤੋਂ ਗਾਂਹ ਲੰਘੀ ਜਾ ਰਹੇ ਹੋ। ਜਿਸ ਮਹਾਂਪੁਰਖ ਦੀ ਸ਼ਾਨ 'ਚ ਤੁਸੀਂ ਇਹੋ ਜਿਹੀਆਂ ਘਟੀਆ ਖਿਆਲ ਬਣਾਈ ਬੈਠੇ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅੱਜ ਸਾਰਾ ਸ਼ਹਿਰ ਉਹਨਾਂ ਦੇ ਚਰਨਾਂ ਦੀ ਧੂੜ ਲੈਣ ਨੂੰ ਤਰਸ ਰਿਹਾ ਹੈ। ਮਾਲੂਮ ਹੁੰਦਾ ਅੱਜ ਤੱਕ ਕੋਈ ਕਰਨੀ ਵਾਲਾ ਮਹਾਂਪੁਰਸ਼ ਤੁਹਾਡੀ ਜ਼ਿੰਦਗੀ 'ਚ ਆਇਆ ਹੀ ਨਹੀਂ। ਇਸ ਤਰ੍ਹਾਂ ਦੀ ਫਟਕਾਰ ਤੋਂ ਰਾਜ ਸਿੰਘ ਝਿੰਪਿਆ ਨਹੀਂ, ਉਸੇ ਰਵਾਨੀ 'ਚ ਬੋਲਿਆ, ਤੁਹਾਡਾ ਕਹਿਣਾ ਠੀਕ ਹੈ। ਮੈਂ ਅੱਜ ਤੱਕ ਇਹੋ ਜਿਹਾ ਕਰਨੀ ਵਾਲਾ ਕੋਈ ਨਹੀਂ ਵੇਖਿਆ ਜਿਹੜਾ ਵੰਨ ਸੁਵੰਨੇ ਤੇ ਪੁਸ਼ਟੀਕਾਰਕ ਭੋਜਨ ਛਕਦਾ ਹੋਵੇ ਵੀ ਭਰ ਜਵਾਨੀ ਦੀ ਉਮਰ 'ਚ, ਫਿਰ ਜਿਹੜਾ ਮਾਨਸਿਕ ਕਮਜ਼ੋਰੀਆਂ ਦਾ ਕਦੀ ਸ਼ਿਕਾਰ ਹੋਣ ਦਾ ਦਾਅਵਾ ਨਾ ਕਰੇ। ਜਿੱਥੋਂ ਤੱਕ ਮੇਰੇ ਪੜ੍ਹੇ ਵਾਚੇ ਦਾ ਸੰਬੰਧ ਹੈ, ਮੈਂ ਤੁਹਾਡੇ ਸਾਹਮਣੇ ਅੱਜ ਦੀਆਂ ਨਹੀਂ ਬਲਕਿ ਉਸ ਯੁੱਗ ਦੀਆਂ ਕਈ ਉਦਾਹਰਨਾਂ ਪੇਸ਼ ਕਰ ਸਕਦਾ ਜਦੋਂ ਔਰਤ ਤੇ ਆਦਮੀ ਦਾ ਚਾਲ ਚੱਲਣ ਅੱਜ ਨਾਲੋਂ 1000 ਗੁਣਾ ਉੱਚਾ ਤੇ ਮਜ਼ਬੂਤ ਹੁੰਦਾ ਸੀ। ਰਿਸ਼ੀ ਪਰਾਸੁਰ ਦੀ ਕਥਾ ਤੁਸੀਂ ਸੁਣੀ ਹੋਏਗੀ, ਜਿਹੜਾ ਸਾਰੀ ਉਮਰ ਦੀ ਕਠਿਨ ਤਪੱਸਿਆ ਤੋਂ ਬਾਅਦ ਪਿਛਲੀ ਉਮਰੇ ਮਲਾਹ ਦੀ ਲੜਕੀ ਸਤਿਆਵਤੀ ਨੂੰ ਵੇਖ ਕੇ ਆਪਣੀ ਕਮਾਈ ਰੋੜ ਬੈਠਾ। ਇਸੇ ਤਰ੍ਹਾਂ ਉਤੰਕ ਰਿਸ਼ੀ ਨੇ ਆਪਣੇ ਗੁਰੂ ਦੀ ਪਤਨੀ ਨਾਲ ਖੇਹ ਖਾਧੀ। ਚੰਦਰਮਾ ਆਪਣੇ ਗੁਰੂ ਬ੍ਰਹਸਪਤ ਦੀ ਪਤਨੀ ਤਾਰਾਮਤੀ ਦੇ ਜਾਲ 'ਚ ਫਸ ਗਿਆ। ਬ੍ਰਹਮਾ ਵਰਗੇ ਮਾਨੀਆ ਦੇਵਤੇ ਨੇ ਆਪਣੀ ਲੜਕੀ ਨੂੰ ਮੈਲੀ ਨਜ਼ਰੇ ਤੱਕਣ ਖਾਤਰ 1 ਤੋਂ 4 ਮੂੰਹ ਬਣਾ ਲਏ। ਰਾਵਣ ਵਰਗੇ 4 ਵੇਦਾਂ ਦੇ ਟੀਕਾਕਾਰ ਨੇ ਸੀਤਾ ਨੂੰ ਅਗਵਾ ਕਰਨਾ ਪਿਆ। ਹੁਣ ਤੁਸੀਂ ਆਪ ਹੀ ਸੋਚੋ, ਜਦੋਂ ਐਡੇ ਰਿਸ਼ੀਆਂ ਤੇ ਪ੍ਰਮੁੱਖ ਦੇਵਤਿਆਂ ਪਾਸੋਂ ਵੀ ਵਾਸ਼ਨਾ ਤੇ ਕਾਬੂ ਨਾ ਪਾਇਆ ਜਾ ਸਕਿਆ ਤਾਂ ਮੌਜੂਦਾ ਜ਼ਮਾਨੇ 'ਚ ਤਾਂ ਇਸ ਗੱਲ ਦਾ ਦਾਅਵਾ ਕਰਨਾ ਅਸਲੋਂ ਹੀ। ਸਵਰਨ ਸਿੰਘ ਹੋਰ ਗੁੱਸੇ 'ਚ ਆ ਗਿਆ ਤੇ ਹੱਥ ਨਾਲ ਰਾਜ ਸਿੰਘ ਨੂੰ ਚੁੱਪ ਰਹਿਣ ਦਾ ਸੰਕੇਤ ਕਰਦਾ ਬੋਲਿਆ, ਬਸ ਰਹਿਣ ਦਿਓ ਮੁਨਸ਼ੀ ਜੀ, ਤੁਸੀਂ ਆਪਣੇ ਇਹਨਾਂ ਖਰੜ ਗਿਆਨਾਂ ਨੂੰ। ਮੈਂ ਝੱਖ ਮਾਰੀ ਹੈ ਤੁਹਾਡੇ ਨਾਲ ਇਹੋ ਜਿਹੀਆਂ ਗੱਲਾਂ ਛੇੜ ਕੇ। ਇਸ ਤੋਂ ਪਹਿਲਾਂ ਕਿ ਜਵਾਬ 'ਚ ਮੁਨਸ਼ੀ ਰਾਜ ਸਿੰਘ ਕੁਝ ਕਹਿੰਦਾ,
ਗੁੱਸੇ ਨਾਲ ਪੈਰ ਪਟਕਦਾ ਸਵਰਨ ਸਿੰਘ ਉੱਠ ਕੇ ਤੁਰ ਪਿਆ ਤੇ ਮੁਨਸ਼ੀ ਮੂੰਹ ਤੱਕਦਾ ਹੀ ਰਹਿ ਗਿਆ। ਧੰਨਵਾਦ। ਚੱਲਦਾ।